जो लाठी डंडे बिंडे सरिये राड मारे, जो इसका सिर फोड़ा है, यहाँ पे लाकर मारे, यहाँ पर लाके मारा और मार के यहाँ रखा। फिर इन्होंने जाके वहाँ पर जगह खोद दी, सूखी जगह खोद के बाद डेड बॉडी को दबा के फिर इन्होंने ट्यूबवेल चला दिया। इसी ट्यूबवेल का पानी उसमें चला दिया, उसमें पानी खड़ा कर दिया कि उसका चेहरा बदले हुआ था। क्यों राड़े लगी हुई थी, सिर पड़ा, जबाड़ा टूटा हुआ था, उसके कान में कैसे हुई फिर शनाख्त हमने पता क्या करा जी, उसके परस से और उसके कपड़ों से और उसके बूटों से, जराबों से और उसके गल में मफरल था। जो साड़ी भाभी है और दोनों राहुल नाल ते भाभी नाल दोनों वो सी। ਚਾਚੇ ਦੇ ਮੁੰਡੇ ਦੇ ਨਾਲ ਤੁਹਾਡੀ ਭਾਬੀ ਦੇ ਸੰਬੰਧ ਸੀ। हाँ जी हाँ जी, क्यों साल डेढ़ साल इन्हें चलता है। साढ़ा भरा भी कहता जे तेन नहीं जे तेन अगे जा अग लगी तो ये नाल ब्याह करा ले, कोई गल नहीं। जिन्हें मुंडे ने इन्हें कह दी साढ़े भरा ने, बस अगे कोई गल ही कोई नहीं। बाकी 12 ਦਿਨ ਬਾਅਦ ਤੁਹਾਨੂੰ ਲਾਸ਼ ਮਿਲਦੀ ਹੈ ਤੇ 12 ਦਿਨ ਤੁਸੀਂ ਪੂਰੇ ਆਪਣੇ ਨੌਜਵਾਨ ਪੁੱਤਰ ਨੂੰ ਲੱਭਦੇ ਰਹੇ। ਅਸੀਂ ਰਾਤ ਦਿਨ ਇੱਕ ਕੀਤਾ ਜੀ ਜੀ ਆਏ ਜੀ, ਜਿੱਤੇ ਜਿੱਤੇ ਜਿਹਨੇ ਕਿਹਾ ਕਿਤੇ ਕੋਈ ਬਿਆਸ ਕਵੇ, ਕੋਈ ਹਰਿਦੁਆਰ ਕਵੇ, ਅਸੀਂ ਨਹਿਰ ਤੇ ਸਾਰੇ ਜੀ ਕੱਲਾ ਕੱਲਾ ਸਾਰਾ ਸਰਾਖ ਟੁੰਡਿਆ ਜੀ। ਸਾਨੂੰ 12:30 ਵਜੇ ਪਤਾ ਲੱਗਿਆ ਵੀ ਮੁੰਡਾ ਵੀ ਮਾਰ ਕੇ ਫਲਾਣੀ ਜਗ੍ਹਾ ਦੱਬਿਆ ਹੈ। ਸਾਨੂੰ ਸਵੇਰੇ ਇੱਥੇ ਆਏ, ਅਸੀਂ ਆ ਕੇ ਚਲ ਪੁਲਿਸ ਨੇ ਰੋਕ ਦਿੱਤਾ ਸਾਨੂੰ ਵੀ ਸਾਈਡ ਵਿੱਚ ਰਹੋ, ਤੇ ਉਹ ਆਈ ਆ। ਫਿਰ ਮੌਕੇ ਦੇ ਉੱਤੇ ਆਣ ਕੇ ਟੀਮ ਜਦੋਂ ਤੱਕ ਕੱਢਿਆ ਸਾਡੇ ਕੋਲ ਦੇਖਿਆ ਨਹੀਂ ਗਿਆ ਜੀ। ਉਹਦਾ ਮੁੰਡੇ ਦਾ ਕਿਸ ਸਿਰ ਕੰਡੀਸ਼ਨ ਦੇ ਵਿੱਚ ਰਾੜਾ ਮਾਰ ਕੇ ਸਿਰ ਪਾੜਿਆ, ਉਹਦਾ ਜਬਾੜਾ ਤੋੜਿਆ ਆ, ਬਾਹ ਉਹਦੀ ਪੰਨੀ ਹੋਈ, ਟਾਂਗ ਉਹਦੀ ਪੰਨੀ ਹੋਈ, ਬੜੀ ਬੁਰੇ ਹਾਲ ਕੰਡੀਸ਼ਨ ਵਿੱਚ ਮਿਲਿਆ। ਦਰਸ਼ਕੋ ਇਹ ਉਹ ਕਮਰਾ ਹੈਗਾ ਜਿੱਥੇ ਨੌਜਵਾਨ ਨੂੰ ਲਿਆਇਆ ਜਾਂਦਾ ਆ ਔਰ ਇੱਥੇ ਹੀ ਉਹਦੀ ਕੁੱਟਮਾਰ ਕਰਕੇ ਉਹਦਾ ਕਤਲ ਕਰਕੇ ਖੇਤਾਂ ਦੇ ਵਿੱਚ ਦੱਬ ਦਿੱਤਾ ਜਾਂਦਾ ਆ। ਉਹਨਾਂ ਦੇ 3-4 ਮਾਮੇ ਨੇ ਔਰ 2-3-4 ਪ੍ਰਾਹੁਣੇ ਨੇ ਔਰ ਇੱਕ ਇਹ ਮੁੰਡਾ ਔਰ 2-3 ਚਾਚੇ ਨੇ। ਇਹ 12-13 ਜਣੇ ਨੇ ਰਲ ਕੇ, ਇੱਕ ਸਾਡੀ ਨੂੰਹ ਵੀ ਹੈ, ਸਮਝ ਗਿਆ। ਇਹ ਸਾਰੇ ਨੇ ਪਲਾਨਿੰਗ ਬਣਾ ਕੇ ਮੁੰਡਾ ਮਾਰਿਆ। ਪਿਓਰ ਭਰਜਾਈ ਦੇ ਆਪਸੀ ਸਬੰਧਾਂ ਕਰਕੇ ਨੌਜਵਾਨ ਦਾ ਕਤਲ ਹਾਂ, ਉਹਦਾ ਕਤਲ ਮਿਲ ਕੇ ਹੋਇਆ ਹੀ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ। ਇਸ ਵਕਤ ਅਸੀਂ ਇੱਕ ਖੇਤ ਦੇ ਵਿੱਚ ਖੜੇ ਹੋਏ ਹਾਂ, ਸਮਸਪੁਰ ਗਾঁਵ ਦੇ ਕੋਲੇ ਤੁਸੀਂ ਦੇਖ ਸਕਦੇ ਹੋ ਇਹ ਖੇਤ ਹੈ। ਇੱਥੇ ਬੇਰਹਿਮੀ ਦੇ ਨਾਲ ਇੱਕ ਨੌਜਵਾਨ ਨੂੰ ਉਹਦੇ ਹੀ ਭਰਾ ਵੱਲੋਂ ਮਾਰ ਕੇ ਇਸ ਖੇਤਾਂ ਦੇ ਵਿੱਚ ਦੱਬ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਤੁਸੀਂ ਦੇਖ ਲਓ ਕਿ ਇੱਥੋਂ 12 ਦਿਨ ਬਾਅਦ ਉਸ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਹੜਾ ਕਿ 32 ਸਾਲ ਦਾ ਦੱਸਿਆ ਜਾ ਰਿਹਾ ਆ ਔਰ ਉਹਦੇ 2 ਬੱਚੇ ਸੀ। ਇਸ ਸਮਸਪੁਰ ਗਾঁਵ ਦੇ ਵਿੱਚ ਰਹਿੰਦਾ ਸੀ। ਪਿਤਾ ਪਹਿਲਾਂ ਚੱਲ ਵਸਦੇ ਨੇ ਔਰ ਚਾਚੇ ਦੇ ਮੁੰਡੇ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਆਪਣੇ ਹੀ ਭਰਾ ਦਾ। ਕਿਵੇਂ ਕਤਲ ਕੀਤਾ ਜਾਂਦਾ ਆ ਉਹ ਸਾਰੀ ਹੀ ਘਟਨਾ ਜ਼ਰੂਰ ਅਸੀਂ ਜਾਣਾਂਗੇ। ਉਹਦੇ ਹੀ ਭਰਾ ਕ੍ਰਿਸ਼ਨ ਜੀ ਸਾਡੇ ਨਾਲ ਮੌਜੂਦ ਆ। 2 ਸਕੇ ਭਰਾ ਸੀ ਪਰ ਚਾਚੇ ਦੇ ਮੁੰਡੇ ਦੇ ਵੱਲੋਂ ਕਤਲ ਕਰਕੇ ਇੱਥੇ ਦੱਬ ਦਿੱਤਾ ਜਾਂਦਾ। ਬੜੀ ਹੀ ਹੈਰਾਨ ਕਰਨ ਵਾਲੀ ਘਟਨਾ ਹੈ ਔਰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਆ ਔਰ ਇਸ ਖੇਤ ਦੇ ਵਿੱਚ ਦੱਬ ਦਿੱਤਾ ਜਾਂਦਾ ਆ। ਕ੍ਰਿਸ਼ਨ ਜੀ ਸਾਡੇ ਨਾਲ ਮੌਜੂਦ ਨੇ ਔਰ ਨਾਲ ਹੀ ਇਹਨਾਂ ਦੇ ਮਾਮਾ ਜੀ, ਇਹ 3 ਮਾਮਾ ਜੀ ਨੇ ਜੋ ਬਹੁਤ ਜੱਦੋ-ਜਹਿਦ ਕਰਕੇ ਇਹਨਾਂ ਨੇ ਆਪਣੇ ਬੱਚੇ ਦੀ ਬੋਡੀ ਜਿਹੜੀ ਕਿ ਉਹ ਪਾਈ ਹੈਗੀ, ਕਿਉਂਕਿ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਨੌਜਵਾਨ ਗਿਆ ਕਿੱਥੇ ਹੈਗਾ। ਜਦੋਂ ਬਹੁਤ ਛਾਣਬੀਨ ਹੁੰਦੀ ਰਹੀ, ਪੁਲਿਸ ਦੇ ਚੱਕਰ ਲੱਗਦੇ ਰਹੇ, ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਇਹ ਸਾਰਾ ਜਿਹੜਾ ਕਿ ਮਾਮਲਾ ਉਹ ਸਾਹਮਣੇ ਆਇਆ। ਗੱਲ ਕਰ ਲਾਂਗੇ ਕ੍ਰਿਸ਼ਨ ਨਾਲ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। सत श्री अकाल जी। ਕ੍ਰਿਸ਼ਨ ਜੀ, ਤੁਸੀਂ 2 ਭਰਾ ਹੋ, हाँ जी, ਤੁਹਾਡੇ ਭਰਾ ਦਾ ਕੀ ਨਾਮ ਸੀ? रोशन लाल जी। ਰੋਸ਼ਨ ਲਾਲ ਜੀ। हाँ जी, ਔਰ ਇਸ ਪਿੰਡ ਦੇ ਵਿੱਚ ਰਹਿ ਰਹੇ ਸੀ ਤੁਸੀਂ ਦੋਨੋਂ ਜਾਂ ਉਹ ਇਕੱਲਾ ਹੀ ਰਹਿ ਰਿਹਾ कलर ਸੀ? रही सी। साड़ी दादी लेके आई थी ते इनू बाहर तो आया सी और जो आंधिया शादी कर दी साल पीछे वेते आ गए। ਕਿਹੜੀ ਕੰਟਰੀ ਤੋਂ ਆਇਆ ਸੀ दुबई से आए सी। ਔਰ ਕੀ ਕੰਮ ਕਰਦਾ ਸੀ? उत्ते अनमुन का काम करते शीशे का जी। ਜੀ ਇੱਥੇ ਆ ਕੇ ਫਿਰ ਕੀ ਕੰਮ ਕਰ ਰਿਹਾ ਸੀ? इतने आके फिर अपने नौकरी जॉब करने लग गया सी जी। जॉब ते लग गए सी, फिर उत्ते होटल में लग गया, मैनेजर लग गया सी। 1-2 जगह चेंज की, फिर आगे साढ़े होटल हेटेज। ਇਹ ਮਾਮਲਾ ਸਾਰਾ ਕਿਵੇਂ ਵਾਪਰਿਆ? ਕਿਵੇਂ ਤੁਹਾਡੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ? देखो जी, पहले साढ़े जमीन का साढ़ा रौला सी साल पिछे पहले जी। ਜੀ साड़ी जमीन पहले उधर सी, उन्होंने चक के इधर दे दी। फिर असी कोई नहीं, साढ़े बड़े भरा जो भी कहने जिथे हैगी जमीन तो चलो उत्थे रहने दो, साढ़े असी मामले ठंडा कर देता, कोई गल नहीं। चलो ਜੀ, मतलब कि
ਜ਼ਮੀਨੀ ਝਗੜਾ ਸੀ ਹਾਂ, ਪਹਿਲੇ। ਪਰ ਮਾਮਲਾ ਸੌਟ ਆਊਟ ਹੋ ਗਿਆ ਹਾਂਜੀ ਸੀ। ਹੋ ਗਏ ਜੀ ਸਾਡੀ ਤਾਂ ਉਸਲਮੰਦੀ ਹੋ ਗਈ ਸੀ ਪਹਿਲੇ ਸਾਡੀ। ਜੀ ਹਾਂਜੀ ਬਾਕੀ ਤੁਸੀਂ ਕਿੱਥੇ ਰਹਿ ਰਹੇ ਸੀ? ਮੈਂ ਲਵਾਮਰ ਰਹਿੰਦੇ ਪਏ ਸੀ। ਮਾਮਾ ਜੀ ਕੋਲ ਰਹਿ ਰਹੇ ਸੀ ਹਾਂਜੀ ਹਾਂਜੀ ਔਰ ਉਹ ਤੁਹਾਡਾ ਭਰਾ ਇਕੱਲਾ ਹੀ ਇੱਥੇ ਰਹਿ ਰਿਹਾ ਸੀ ਦਾਦੀ ਹਾਂਜੀ ਹੋਰਾਂ ਇਕੱਲੇ ਕੋਲ? ਰਹਿੰਦੇ ਪਏ ਸੀ ਇੱਥੇ ਜੀ। ਜੀ ਦਾਦੀ ਵੀ ਤੁਹਾਡੇ ਨਾਲ ਹੀ ਸੀ ਉਹਨਾਂ ਦੀ? ਨਹੀਂ ਉਸ ਟਾਈਮ ਨਾਲ ਸੀ, ਡੈਥ ਹੋ ਗਈ ਜੀ। ਔਰ ਫਿਰ ਉਹ ਇਕੱਲੇ ਹੀ ਰਹਿ ਰਹੇ ਸੀ? ਹਾਂਜੀ, ਇਕੱਲੇ ਰਹਿੰਦੇ। ਸ਼ਾਦੀशुदा ਸੀ, 2 ਬੱਚੇ ਸੀ ਉਹਦੀ? ਹਾਂਜੀ ਹਾਂਜੀ 2 ਬੱਚੇ ਸੀ, ਇੱਕ ਕੁੜੀ ਇੱਕ ਮੁੰਡਾ। 3.5 ਸਾਲ ਦਾ ਮੁੰਡਾ ਸੀ, ਕੁੜੀ ਸੀ 6.5 ਸਾਲ ਦੀ ਜੀ। ਜਿੱਥੇ ਇੱਕ ਦੱਸਿਆ ਜਾ ਰਿਹਾ ਹੈਗਾ ਕਿ ਚਾਚੇ ਦੇ ਮੁੰਡੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਤੇ ਆਖਿਰਕਾਰ ਮਾਮਲਾ ਇਹ ਬਣਿਆ ਕਿਵੇਂ ਕਤਲ ਤੱਕ ਚਾਚੇ ਦਾ ਹੀ ਭਰਾ ਜਿਹੜਾ ਕਿ ਤਾਏ ਦੇ ਭਰਾ ਨੂੰ ਪੁੱਤਰ ਨੂੰ ਮਾਰ ਦਿੰਦਾ ਹੈ? ਜੋ ਸਾਡੇ ਭਾਬੀ ਹੈਗੇ ਉਹਦੇ ਨਾਲ ਦੋਨੋਂ ਰਾਹੁਲ ਨਾਲ ਤੇ ਭਾਬੀ ਨਾਲ ਦੋਨੋਂ ਉਹ ਸੀ। ਚਾਚੇ ਦੇ ਮੁੰਡੇ ਦੇ ਨਾਲ ਤੁਹਾਡੀ ਹਾਂਜੀ ਭਾਬੀ ਦੇ ਸੰਬੰਧ ਸੀ? ਹਾਂਜੀ ਹਾਂਜੀ ਕਿਉਂ ਸਾਲ ਡੇਢ ਸਾਲ ਨਾਲ ਚੱਲਦਾ ਆ। ਸਾਡਾ ਭਰਾ ਵੀ ਕਹਿੰਦਾ ਜੇ ਤੈਨੂੰ ਨਹੀਂ ਜੇ ਤੈਨੂੰ ਅੱਗੇ ਜਾ ਅੱਗੇ ਲੱਗੀ ਤਾਂ ਤੂੰ ਇਹਦੇ ਨਾਲ ਵਿਆਹ ਕਰਾ ਲੈ, ਕੋਈ ਗੱਲ ਨਹੀਂ। ਜਿੰਨੇ ਮੁੰਡੇ ਨੇ ਇਹਨੇ ਕਹਿ ਦਿੱਤੀ ਸਾਡੇ ਭਰਾ ਨੇ, ਬਸ ਅੱਗੇ ਕੋਈ ਗੱਲ ਹੀ ਕੋਈ ਨਹੀਂ। ਬਾਕੀ ਇਹਨਾਂ ਦਾ 2 ਤਰੀਕ ਦਾ ਵਿਆਹ ਸੀ, ਉੱਥੇ ਇਹਨਾਂ ਦੀ ਪਲੈਨਿੰਗ ਹੋ ਗਈ। 2 ਜਾਂ 3 ਤਰੀਕ ਦੀ ਪਲੈਨਿੰਗ ਬਣੀ ਸੀ, ਬਸ 4 ਤਰੀਕ ਉਹਨਾਂ ਨੇ ਕੰਮ ਕਰ ਦਿੱਤਾ ਜੀ। ਔਰ 4 ਤਰੀਕ ਦਿਨ ਜਿਹੜਾ ਕਤਲ ਕਰਕੇ ਇੱਥੇ ਦੱਬ ਦਿੱਤਾ ਜਾਂਦਾ ਹੈ? ਹਾਂਜੀ ਹਾਂਜੀ ਕਿਉਂ ਸਾਡੇ 8 ਵਜੇ ਸਾਡੇ ਭਾਬੀ ਦਾ ਫੋਨ ਆ ਕਿ ਫੋਨ ਨਹੀਂ ਚੱਕਦਾ, ਤੁਹਾਡਾ ਭਰਾ ਫੋਨ ਨਹੀਂ ਚੱਕਦਾ ਪਿਆ ਸੀ। ਮੰਮੀ ਕੋਲ ਫੋਨ ਆਇਆ ਸੀ, ਮੰਮੀ ਨੇ ਅੱਗੇ ਮੈਨੂੰ ਫੋਨ ਕੀਤਾ ਜੀ ਕਿ ਐਵੇਂ ਦੀ ਗੱਲ, ਉਹ ਫੋਨ ਨਹੀਂ ਚੱਕਦਾ, ਤੂੰ ਉਹਦੇ ਹੋਟਲ ਵਿੱਚ ਫੋਨ ਕਰ। ਮੈਂ ਫੋਨ ਕੀਤਾ, ਕੋਈ 6 ਵਜੇ यहाँ ਨਿਕਲ ਗਿਆ ਸੀ। ਫਿਰ ਅਸੀਂ ਫਿਰ ਛਾਣਬੀਨ ਕੀਤੀ, ਫਿਰ ਮੋਹਨ ਨਗਰ ਕੀਤੀ, ਫਿਰ ਇਹਨਾਂ ਘਰ ਆਇਆ। ਅੱਗੇ ਅਸੀਂ 9 ਵਜੇ ਇੱਥੇ 8:30 ਕਰੀਬ 9 ਵਜੇ ਮੈਂ ਇੱਥੇ ਪਹੁੰਚ ਗਏ। ਅੱਗੇ ਰਾਹੁਲ ਸਾਡੇ ਨਾਲ ਉੱਤੇ ਦੀਵਾਰ ਨਾਲ ਖਲੋਤਾ ਸੀ। ਮੇਰੀ ਮੰਮੀ ਕਹਿੰਦੇ ਮੈਨੂੰ ਸ਼ੱਕ ਡਾਊਟ ਲੱਗਦਾ। ਮੰਮੀ ਕਹਿੰਦੇ ਮੰਮੀ ਛੱਡ ਬੜਾ, ਮੈਂ ਕੋਈ ਕਿੰਨੇ ਇਹ ਕੰਮ ਕਰ ਨਹੀਂ ਸਕਦਾ ਮੁੰਡਾ ਮੇਰੇ ਕੋ। ਮੰਮੀ ਕਹਿੰਦੀ ਮੈਨੂੰ ਡਾਊਟ ਲੱਗਦਾ ਪੱਕਾ। ਮੈਂ ਚਲੋ ਕੋਈ ਗੱਲ ਨਹੀਂ। ਫਿਰ ਅਸੀਂ ਉਹਨੂੰ ਭਾਬੀ ਨੂੰ ਉੱਥੇ ਛੱਡ ਕੇ ਫਿਰ ਅਸੀਂ ਢੂੰਡਣ ਚਲੇ ਗਏ ਨਹਿਰ ਨੂਰ ਤੇ ਵੇਖੇ, ਸਾਨੂੰ ਫਿਰ ਕੋਈ ਸੁਰਾਗ ਨਹੀਂ ਲੱਭਿਆ ਜੀ। ਸਭ ਸਾਡੇ ਯਾਰ ਦੋਸਤ ਆ ਗਏ। ਫਿਰ ਅਸੀਂ ਉਹਨੂੰ ਕਹਿਣ ਲੱਗੇ ਤੁਸੀਂ ਅਫਸਰ ਵੇਖੋ ਕੋਈ ਐਕਸੀਡੈਂਟ ਨਾ ਹੋਇਆ, ਸਾਨੂੰ ਕੋਈ ਰੋਡ 'ਤੇ ਐਕਸੀਡੈਂਟ ਹੋਇਆ। ਬਾਕੀ ਬਹੁਤ ਛਾਣਬੀਨ ਕੀਤੀ। ਫਿਰ ਸਾਡੇ ਵੀ ਗੰਨੇ ਗੁੰਨੇ ਅਸੀਂ ਫਲੋਰੇ, ਇਹਨਾਂ ਦੇ ਰੋਡ ਐਵੇਂ ਦਾ ਹੀ ਹੈਗੇ ਨਾ, ਨਹਿਰ 'ਤੇ ਦੇਖੇ ਜੀ ਕੋਈ ਸਾਨੂੰ ਸੁਰਾਗ ਨਹੀਂ ਲੱਗਿਆ। ਫਿਰ ਸਾਡੇ ਇੱਕ ਫੋਨ ਆਇਆ ਸਾਨੂੰ, ਇਹਨਾਂ ਕੋਲ ਫੋਨ ਆਇਆ ਸੀ ਰਾਤੀ। ਇਹਨੇ ਮੈਨੂੰ ਦੱਸਿਆ ਕੋਈ ਨਹੀਂ, ਚਾਚੀ ਹੁਣ ਬਿਲਕੁਲ ਨਹੀਂ ਦੱਸਿਆ ਜੀ। ਰਾਤੀ ਐਵੇਂ ਦਾ ਕੰਮ ਹੋ ਗਿਆ, ਰਾਤੀ ਉਹ ਮੁੰਡਾ ਮੰਨ ਗਿਆ, ਨਹੀਂ ਮੰਨਿਆ ਜੀ। ਸਾਨੂੰ ਕੋਈ ਉਹ ਐਵੇਂ ਦੀ ਕੋਈ ਗੱਲ ਨਹੀਂ ਦੱਸੀ ਨਹੀਂ ਹੈ। ਫਿਰ ਸਾਨੂੰ ਕੋਈ ਪੜੋਸੀ ਨੇ ਦੱਸਿਆ ਜੀ, ਸਾਡੇ ਯਾਰ ਦੋਸਤ ਸੀ, ਉਹਨੇ ਦੱਸਿਆ ਕਿ ਐਵੇਂ ਦੀ ਗੱਲ ਹੋਈ। ਮੋ ਨਾਮ ਸਾਡੇ ਕੋਲ ਕੋਈ ਫੋਨ ਨਹੀਂ ਆਇਆ ਜੀ, ਕਿ ਪੱਕਾ 100% ਹੈਗੀ ਗੱਲ। ਫਿਰ ਅਸੀਂ ਚਾਚੇ ਮੈਂ ਵੈਸੇ ਫੋਨ ਕੀਤਾ, ਮੈਂ ਚਾਚੀ ਐਵੇਂ ਦੀ ਗੱਲ ਹੈਗੀ ਚਾਚੀ ਐਵੇਂ ਦੀ ਗੱਲ ਹੋ ਗਈ ਹਾਂ ਇਹ ਹੋ ਗਈ। ਫਿਰ ਮੈਂ ਚਾਚੀ ਸਾਨੂੰ ਫੋਨ ਤੇ ਕਰਤਾ ਸੀ ਐਵੇਂ ਦੀ ਗੱਲ ਹੋ ਗਈ ਹੈ, ਤੇ ਕੋਈ ਸਾਨੂੰ ਫੋਨ ਨਹੀਂ ਕੀਤਾ ਚਾਚੀ ਉਹਨਾਂ ਨੇ ਕੋਈ ਸਾਨੂੰ ਨਹੀਂ ਮਿਲੇ ਜੀ। ਸੋ ਮਾਮਾ ਜੀ ਨਾਲ ਜ਼ਰੂਰ ਗੱਲ ਕਰ ਲਵਾਂਗੇ। 12 ਦਿਨ ਬਾਅਦ ਤੁਹਾਨੂੰ ਲਾਸ਼ ਮਿਲਦੀ ਹੈ ਤੇ 12 ਦਿਨ ਤੁਸੀਂ ਪੂਰੇ ਆਪਣੇ ਨੌਜਵਾਨ ਪੁੱਤਰ ਨੂੰ ਲੱਭਦੇ ਰਹੇ? ਅਸੀਂ ਰਾਤ ਦਿਨ ਇੱਕ ਕੀਤਾ ਜੀ। ਜੀ ਆਏ ਜੀ ਜਿੱਤੇ ਜਿਹਨੇ ਕਿਹਾ ਕਿਤੇ ਕੋਈ ਬਿਆਸ ਕਵੇ, ਕੋਈ ਹਰਿਦੁਆਰ ਕਵੇ, ਅਸੀਂ ਨਹਿਰ ਤੇ ਸਾਰੇ ਜੀ ਕੱਲਾ ਸਾਰਾ ਸਰਾਖ ਟੁੰਡਿਆ ਜੀ। ਪਰ ਲੇਕਿਨ ਪਹਿਲੇ ਦਿਨ ਅਸੀਂ ਕਿਹਾ ਸੀ ਵੀ ਇਹਨੇ ਮੁੰਡਾ ਮਾਰ ਕੇ ਖਪਾਇਆ। ਫਿਰ ਅਸੀਂ ਸਾਰੇ ਪਿੰਡ ਇਕੱਠੇ ਕੀਤੇ ਜੀ, ਇਕੱਠ ਕਰਕੇ ਕਿਹਾ ਵੀ ਮੁੰਡਾ ਤੁਹਾਡਾ ਆ, ਸਾਡਾ ਤੇ ਭਾਣਜਾ ਆ, ਸਾਡੇ ਨਾਲ ਲੱਗੋ, ਮੁੰਡਾ ਢੂੰਡੋ। ਇਹ ਜੀ ਬਿਲਕੁਲ ਉਸ ਦਿਨ ਤੋਂ ਨਾ ਇਹ ਸਾਡੇ ਤੋਂ ਇੱਕ ਦਿਨ ਸਿਰ ਸਾਡੇ ਘਰ ਤੱਕ ਗਏ ਆ, ਉਹਦੇ ਬਾਅਦ ਇਹ ਸਾਡੇ ਘਰ ਨਹੀਂ ਗਏ। ਜਿੱਥੋਂ ਸਾਨੂੰ ਸ਼ੱਕ ਪੈਦਾ ਹੋ ਗਿਆ। ਪਤਾ ਕਿਵੇਂ ਲੱਗਾ ਤੁਹਾਨੂੰ ਵੀ ਮੁੰਡਾ ਮਾਰ ਦਿੱਤਾ ਗਿਆ? ਮੁੰਡਾ ਇਹਦਾ ਪਤਾ ਲੱਗਿਆ ਜੀ ਜਦੋਂ ਹੋਟਲ ਤੋਂ ਚੱਲੇ ਨਹੀਂ 6:15 ਤੋਂ, ਉਹ 6:45 ਤੇ ਦੁੱਧ ਲੈਂਦਾ ਜੋ ਇਥੋਂ ਦਬਗੜੀ ਤੋਂ ਜੀ, ਤੇ ਉਹਦੇ ਬਾਅਦ ਕੱਪੜੇ ਚੁੱਕਦਾ ਜੀ। ਕੱਪੜੇ ਚੁੱਕਣ ਤੋਂ ਬਾਅਦ ਮੁੰਡਾ ਘਰ ਹੀ ਪਹੁੰਚ ਜਾਂਦਾ। ਅੱਗੇ ਤਾਂ ਕੋਈ ਬਚਣ ਵਾਲੀ ਗਿਆ ਤਾਂ ਰੋਡ ਤੋਂ ਕੋਈ ਚੁੱਕ ਲੈਂਦੇ ਤੇ ਫਿਰ ਤਾਂ ਕਹਿ ਦਿੰਦੇ ਵੀ ਰੋਡ ਤੋਂ ਚੁੱਕ ਲਿਆ। ਮੁੰਡਾ ਤੇ ਘਰ ਜਾ ਕੇ ਧੁਰ ਗਾਇਬ ਹੁੰਦਾ ਪਿਆ। ਜਦੋਂ ਧੁਰ ਗਾਇਬ ਹੋਇਆ ਤੇ ਸਾਨੂੰ ਸ਼ੱਕ ਹੋ ਗਿਆ ਵੀ ਇਹਨਾਂ ਮੁੰਡਾ ਖਪਾ ਦਿੱਤਾ ਮਾਰ ਕੇ। ਤੇ ਸਾਨੂੰ ਲੱਗਿਆ ਜਦੋਂ ਇਹ ਸੁੰਨ ਹੋ ਗਿਆ, ਇਹਨਾਂ ਨੂੰ ਪੁੱਛਦੇ ਬੋਲਦੇ ਨਹੀਂ, ਹਾਲਾਂਕਿ ਇਹਨਾਂ ਨੂੰ ਸਾਰੀ ਵਾਰਦਾਤ ਦਾ ਪਤਾ ਸੀ, ਪੂਰੇ ਡੇਰੇ ਵਾਲਿਆਂ ਨੂੰ ਪਤਾ ਸੀ। ਜਦੋਂ ਸਾਡੇ ਮੁੰਡੇ ਫਿਰਦੇ ਨੇ 30-35 ਮੋਟਰਸਾਈਕਲ ਲੈ ਕੇ, ਇਹਨਾਂ ਕਿਸੇ ਬੱਚੇ ਨੂੰ ਐ ਨਹੀਂ ਪੁੱਛਿਆ ਵੀ ਤੁਸੀਂ ਰਾਤ ਨੂੰ ਕਿਵੇਂ ਫਿਰਦੇ ਪਏ ਮੋਟਰਸਾਈਕਲ ਲੈ ਕੇ। ਠੀਕ ਹੈ ਜੀ। ਜਦੋਂ ਇਹ ਫਿਰ ਮੁੰਡਾ ਜਦੇ ਫੋਨ ਤੇ ਲੱਗੇ ਆ, ਉਹਦੇ ਪਰ ਜਿਹੜੀ ਨੂੰਹ ਆ ਸਾਡੇ ਭਾਣਜੇ ਦੀ ਘਰ ਵਾਲੀ, ਇਹਨੇ ਨਾ ਕੋਈ ਟੱਚ ਫੋਨ ਲੈ ਕੇ ਉਹ ਨੂੰਹ ਨੂੰ ਦਿੱਤਾ ਸੀ, ਸਿਮ ਆਪਣੀ ਉਹਦੇ ਵਿੱਚ ਪਾਈ ਸੀ ਆਈਡੀ। ਉੱਥੋਂ ਪਤਾ ਲੱਗਿਆ ਵੀ ਇਹਨਾਂ ਦੀ ਕੋਈ ਆਪਸ ਵਿੱਚ ਗੱਲ ਚੱਲਦੀ ਸੀ। ਜਿਹੜੇ ਭਾਣਜੇ ਨੇ ਫੋਨ ਲੈ ਕੇ ਦਿੱਤਾ ਉਹਦੇ ਤੇ ਕੋਈ ਗੱਲ ਨਹੀਂ ਹੁੰਦੀ ਸੀ, ਉਹਦੇ ਤੇ ਅਲੱਗ ਇਹਨੇ ਆਪਣੀ ਆਈਡੀ ਤੇ ਸਿਮ ਲੈ ਕੇ ਦਿੱਤੀ ਸੀ। ਉੱਥੋਂ ਸਾਨੂੰ ਪਤਾ ਲੱਗਿਆ। ਫਿਰ ਅਸੀਂ ਇਹਦੇ ਅਕਾਊਂਟ ਡਿਟੇਲ ਚੈੱਕ ਕੀਤੇ ਵੀ ਕੋਈ ਪੈਸਾ ਤਾਂ ਨਹੀਂ ਟ੍ਰਾਂਸਫਰ ਹੋਇਆ 4 ਤਰੀਕ ਤੋਂ ਬਾਅਦ।
ਜਦੋਂ ਅਕਾਊਂਟ ਚੈੱਕ ਕੀਤੇ ਤਾਂ ਉਹਦੇ ਵਿੱਚ ਪੈਸਾ ਨਹੀਂ ਇੱਕ ਟ੍ਰਾਂਸਫਰ ਹੋਇਆ ਵੀ ਪੈਸੇ ਬਗੈਰ ਮੁੰਡਾ ਗਿਆ ਕਿੱਥੇ ਫਿਰ ਉਹਦੇ ਖਾਤੇ ਵਿੱਚ 4.5 ਲੱਖ ਰੁਪਏ ਦੇ 472 ਜੀ ਤੇ ਅਸੀਂ ਸੋਚਿਆ ਵੀ ਜਦੋਂ ਰੁਪਿਆ ਟ੍ਰਾਂਸਫਰ ਨਹੀਂ ਹੋਇਆ ਤੇ ਮੁੰਡਾ ਗਿਆ ਕਿੱਥੇ ਫਿਰ ਬਿਲਕੁਲ ਕੋਈ ਫਿਰ ਮਤਲਬ ਕਿ ਪੈਸੇ ਦੇ ਚੱਕਰ ਦੇ ਵਿੱਚ ਹਾਂ ਕਿਸਨੇ ਵੀ ਕਈ ਵਾਰੀ ਅਸੀਂ ਮਗਰ ਜੇ ਪੈਸੇ ਜੇ ਉਹਨੇ ਡਰਾ ਕੀਤੇ ਕੋਈ ਨਾ ਕੋਈ ਤਾਂ ਕਹਾਣੀਆਂ ਹੈ ਫਿਰ ਜਦੋਂ ਸਭ ਕੋਈ ਪੈਸਾ ਨਹੀਂ ਨਾ ਨਿਕੜਿਆ ਫਿਰ ਅਸੀਂ ਇਹ ਸੋਚ ਲਿਆ ਵੀ ਵਾਕਿਆ ਮੁੰਡਾ ਤੇ ਇਹਨਾਂ ਕੋਲ ਹੀ ਆ ਇਹਨਾਂ ਮਾਰ ਕੇ ਦਬ ਦਿੱਤਾ ਜਾਂ ਖਪਾ ਦਿੱਤਾ ਆ ਵੀ ਕਿਤੇ ਨਾ ਕਿਤੇ ਤੇ ਹੈ ਫਿਰ ਸਾਨੂੰ ਪੂਰਾ ਸ਼ੱਕ ਹੋ ਗਿਆ ਸੀ ਲਾ ਦਿੱਤਾ ਪੈਰ ਇੱਥੇ ਜੀ ਵੀ ਹਰ ਗੱਲ ਤੇ ਅਸੀਂ ਦੇਖਦੇ ਰਹੇ ਫਿਰ ਜੀ ਅਸੀਂ 10-11 ਤਰੀਕ ਨੂੰ ਅਸੀਂ ਗਏ ਆ ਐਸਪੀ ਕੋਲ ਜੀ ਵੀ ਅਸੀਂ ਕਹੇ ਸਰ ਜੀ ਅਗਰ ਇਦਾਂ ਜੀ ਜਦ ਤੁਹਾਡੇ ਵਾਸਤੇ ਤਾਂ ਨਹੀਂ ਆ ਤੇ ਇਹਨੂੰ ਸੀਏ ਸਟਾਫ ਵਿੱਚ ਦੇ ਦਿਓ ਜੀ ਪੁਲਿਸ ਕੁਛ ਨਹੀਂ ਕਰ ਰਹੀ 5 ਦਿਨ ਹੋ ਗਏ ਪੁਲਿਸ ਤੇ ਚੌਂਕੀ ਤੋਂ ਬਾਹਰ ਨਹੀਂ ਨਿਕੜੀ ਪੁਲਿਸ ਇਹਨਾਂ ਨੇ ਪੈਸੇ ਦਿੱਤੇ ਪੁਲਿਸ ਵਾਲਿਆਂ ਨੂੰ ਪੁਲਿਸ ਤਾਂ ਹੀ ਬਾਹਰ ਨਹੀਂ ਨਿਕੜੀ ਬਿਲਕੁਲ ਥਾਣੇ ਤੋਂ ਅਸੀਂ ਜਾਈਏ ਚੱਕਰ ਕੱਟ ਕੇ ਜਿੰਨੀ ਲੋਕੇਸ਼ਨ ਕੈਮਰੇ ਖੋਲੇ ਅਸੀਂ ਆਪ ਖੋਲੇ ਆ ਪੁਲਿਸ ਨਹੀਂ ਗਈ ਆ ਪੁਲਿਸ ਵਿੱਚ ਇੱਕ ਦਿਨ ਗੱਡੀ ਵਿੱਚ ਸਾਡੀ ਬੈ ਕੇ ਗੱਡੀ ਵਿੱਚ ਆਈ ਆ ਜੀ ਸਿਰਫ ਉਹ ਕੱਲਾ ਇੱਕ ਆਈ ਉਹਨੇ ਆਣ ਕੇ ਦੱਸਿਆ ਵੀ ਹਾਂ ਜੀ ਕਰ ਰਹੇ ਅੱਜ ਕਰ ਰਹੇ ਮੈਂ ਕਿਹਾ ਵੀ ਭਾਈ ਇਦਾਂ ਭਾਈ ਇਸ ਤਰ੍ਹਾਂ ਥੋੜੀ ਉਹ ਮਿਲ ਜਾਏਗਾ ਮਾੜਾ ਜਿਹਾ ਕੋਈ ਮਾੜਾ ਜਿਹਾ ਰੌਲਾ ਹੋ ਜਾਵੇ ਤੇ ਰੌਲਾ ਪੈ ਜਾਂਦਾ ਤੇ ਜੋ ਕਤਲ ਹੋਇਆ ਇੰਨੇ ਦਿਨ ਹੋ ਗਏ ਮੁੰਡਾ ਗਾਇਬ ਹੋਇਆ ਤੇ ਤੂੰ ਭਾਈ ਕੀ ਕਰ ਰਿਹਾ ਉਹ ਕਹਿੰਦੇ ਜੀ ਹਮ ਕੋਸ਼ਿਸ਼ ਕਰ ਰਹੇ ਹਾਂ ਮੈਂ ਕਿਹਾ ਕੋਈ ਨਹੀਂ ਜੀ ਅਸੀਂ ਫਿਰ ਜਾ ਕੇ ਜੀ ਸੁਭਾਸ਼ ਸੁਦਾ ਸਾਹਿਬ ਨੂੰ ਮਿਲੇ ਉਹ ਕਹਿੰਦਾ ਉਹਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਡਾ ਮੁੰਡਾ ਲੱਭ ਕੇ ਦੇਵਾਂਗੇ ਜੀ ਉਹਨੇ ਚਲੋ ਜੀ ਸਾਡੇ ਨਾਲ ਖਲੋਇਆ ਰਿਹਾ ਉਹਨੇ ਹਿੰਮਤ ਵੀ ਕੀਤੀ ਆ ਉਹਨੇ ਸੀਐਸ ਸਟਾਫ ਨੂੰ ਕੇਸ ਦਿੱਤਾ ਫਿਰ ਇਹ ਮੁੰਡੇ ਨੇ ਜਦੋਂ ਕੋਈ ਇਹਨੂੰ 2-3 ਫਿਰ ਸੀਐਸ ਸਟਾਫ ਨੇ ਚੁੱਕਿਆ ਆ ਇਹ ਛੱਡ ਦਿੰਦੇ ਰਹੇ ਆ ਛੱਡਣੇ ਦੇ ਬਾਅਦ ਫਿਰ ਇਹਨਾਂ ਨੇ ਕੋਈ ਫੋਨ ਕੀਤਾ ਆ ਉਸ ਫੋਨ ਤੋਂ ਇਹਨੇ ਕਹਿ ਦਿੱਤਾ ਵੀ ਮੈਂ ਵੀ ਕੋਈ ਮੈਨੂੰ ਕੋਈ ਨਹੀਂ ਕਿਹਨੇ ਕੁਝ ਕਿਹਾ ਉਹਦੇ ਤੇ ਫਿਰ ਜਦੋਂ ਇਹਦਾ ਜੀਜਾ ਆ ਉਹਨੂੰ ਇਹਨੇ ਗੱਲ ਦੱਸੀ ਆ ਉਹਦੇ ਤੇ ਉਹਨੇ ਫੋਨ ਪੁਲਿਸ ਵਾਲਿਆਂ ਨੇ ਚੁੱਕ ਲਿਆ ਰਾਤ ਨੂੰ ਇਹਦਾ ਕਟਾਪਾ ਤਾਰਾ ਸਾਨੂੰ 12:30 ਵਜੇ ਪਤਾ ਲੱਗਿਆ ਵੀ ਮੁੰਡਾ ਵੀ ਮਾਰ ਕੇ ਫਲਾਣੀ ਜਗ੍ਹਾ ਦੱਬਿਆ ਹੈ ਸਾਨੂੰ ਸਵੇਰੇ ਇੱਥੇ ਆਏ ਅਸੀਂ ਆ ਕੇ ਚਲੋ ਪੁਲਿਸ ਨੇ ਰੋਕ ਦਿੱਤਾ ਸਾਨੂੰ ਵੀ ਸਾਈਡ ਵਿੱਚ ਰਹੋ ਤੇ ਉਹ ਆਏ ਆ ਫਿਰ ਮੌਕੇ ਦੇ ਉੱਤੇ ਆਣ ਕੇ ਟੀਮ ਜਦੋਂ ਤੱਕ ਕੱਢਿਆ ਸਾਡੇ ਕੋਲ ਦੇਖਿਆ ਨਹੀਂ ਗਿਆ ਜੀ ਉਹਦਾ ਮੁੰਡੇ ਦਾ ਸਿਰ ਕੰਡੀਸ਼ਨ ਦੇ ਵਿੱਚ ਉਹਦੇ ਵਿੱਚ ਰਾੜਾ ਮਾਰ ਕੇ ਸਿਰ ਪਾੜਿਆ ਉਹਦਾ ਜਬਾੜਾ ਤੋੜਿਆ ਆ ਬਾਹ ਉਹਦੀ ਪੰਨੀ ਹੋਈ ਟਾਂਗ ਉਹਦੀ ਪੰਨੀ ਹੋਈ ਬੜੀ ਬੁਰੇ ਹਾਲ ਕੰਡੀਸ਼ਨ ਵਿੱਚ ਮਿਲਿਆ 12 ਦਿਨ ਦੇ ਬਾਅਦ ਡੈੱਡ ਬੋਡੀ ਵਿੱਚ ਰਹਿ ਕੇ ਜਾਂਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਦੋਂ ਜ਼ਮੀਨ ਸੁੱਕੀ ਸੀ ਪਤਾ ਕਿਵੇਂ ਲੱਗਾ ਤੁਹਾਨੂੰ ਵੀ ਇੱਥੇ ਦਫਨਾਇਆ ਗਿਆ ਹੈ ਉਹਨੂੰ ਲਿਆਏ ਜੀ ਪੁਲਿਸ ਇੱਥੇ ਮੌਕੇ ਤੇ ਲੈ ਕੇ ਆਈ ਉਹਨੂੰ ਉਹਨੇ ਜਿਹਨਾਂ ਨੇ ਕਤਲ ਕੀਤਾ ਨਾ ਉਹਨੂੰ ਮੌਕੇ ਤੇ ਲੈ ਕੇ ਆਈ ਆ 2 ਜਣਿਆਂ ਨੂੰ ਉਹਨਾਂ ਨੇ ਆਣ ਕੇ ਇੱਥੇ ਦੱਸਿਆ ਵੀ ਇੱਥੇ ਡੈੱਡ ਬੋਡੀ ਦੱਬੀ ਆ ਉਹਨਾਂ ਨੇ ਆਣ ਕੇ ਫਿਰ ਪ੍ਰਗਟ ਸਿੰਘ ਜੀ ਸਾਡੇ ਸਰਦਾਰ ਜੀ ਤੇ ਉਹ ਆ ਪਰ ਗੋਤਾਖੋਰ ਉਹ ਵੀ ਆਏ ਵਿਚਾਰੇ ਟੀਮ ਦੇ ਨਾਲ ਉਹਨਾਂ ਨੇ ਬੜੀ ਹਿੰਮਤ ਕੀਤੀ ਆ ਕਿ ਹਿੰਮਤ ਕਰਕੇ ਵਿਚਾਰਿਆਂ ਨੇ ਬੜੀ ਸਾਡੇ ਨਾਲ ਲੱਗ ਕੇ ਸਹਿਯੋਗ ਦਿੱਤਾ ਇਹ ਡੈੱਡ ਬੋਡੀ ਕੱਢੀ ਆ ਠੀਕ ਹੈ ਜੀ ਡੈੱਡ ਬੋਡੀ ਕੱਢ ਕੇ ਜਾ ਕੇ ਫਿਰ ਪੋਸਟਮਾਰਟਮ ਤੇ ਲੈ ਗਏ ਆ ਰਾਤ ਨੂੰ ਫਿਰ ਥੋੜਾ ਕੰਮ ਸਾਨੂੰ ਪੁਲਿਸ ਵਾਲੇ ਲੱਗੇ ਉਹ ਕਰਨ ਮੈਂ ਕਿਹਾ ਵੀ ਰਾਤ ਦਾ ਟਾਈਮ ਹੈ ਹਿੰਦੂ ਧਰਮ ਅਸੀਂ ਰਾਤ ਨੂੰ ਸੰਸਕਾਰ ਨਹੀਂ ਕਰ ਸਕਦੇ ਸਾਨੂੰ ਮੌਕਾ ਦਿਓ ਅਸੀਂ ਤੇ 12 ਦਿਨ ਦਾ ਪਹਿਲੇ ਹੀ ਮਰਿਆ ਇੱਕ ਦਿਨ ਹੋਰ ਨਿਕਲ ਜਾਏ ਤਾਂ ਕੋਈ ਨਹੀਂ ਆ ਪਰ ਸਾਨੂੰ ਇਨਸਾਫ ਚਾਹੀਦਾ ਕਾਫੀ ਸੜ ਚੁੱਕੀ ਸੀ ਲਾਸ਼ ਕਾਫੀ ਸੜ ਚੁੱਕੀ ਸੀ ਬਦਬੂ ਮੈਂ ਕਹਿੰਦੀ ਖਲੋ ਨਹੀਂ ਸਕਦੇ ਸੀ ਮੈਂ ਉਹਨੂੰ ਕਿਹਾ ਭਾਈ ਦੇਖ ਸਾਨੂੰ ਪਰਮਾਤਮਾ ਨੇ ਜਿਹੜਾ ਦੇਣਾ ਸੀ ਦੇ ਦਿੱਤਾ ਪਰ ਸਾਡੇ ਨਾਲ ਇਨਸਾਫ ਕਰੋ ਜਿਹੜੇ ਬੰਦੇ ਇਸ ਕੇਸ ਵਿੱਚ 7-8 ਬੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਚੁੱਕੋ ਜੇ ਤੱਕ ਤੁਸੀਂ ਨਹੀਂ ਚੁੱਕਦੇ ਅਸੀਂ ਡੈੱਡ ਬੋਡੀ ਨਹੀਂ ਲੈ ਜਾਂਦੇ ਠੀਕ ਆ ਉਹਨਾਂ ਫਿਰ ਸਵਾਸੁਦਾ ਨੇ ਸਵੇਰੇ ਸਾਨੂੰ ਦਿੱਤਾ ਵੀ ਜੋ ਵੀ ਇਸ ਕੇਸ ਵਿੱਚ ਆ ਅਸੀਂ ਕਿਹਾ ਵੀ ਬੇਇਨਸਾਫੀ ਅਸੀਂ ਕਰਾਂਦੇ ਨਹੀਂ ਜਿਹੜੇ ਅਸਲੀ ਆ ਨਾ ਗੁਨੇਗਾਰ ਆ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਆ ਇਹ ਉਸ ਚਾਚੇ ਦੇ ਮੁੰਡੇ ਨੇ ਹੀ ਕਤਲ ਕੀਤਾ ਜਾਂ ਉਹਨਾਂ ਨਾਲ ਹੋਰ ਵੀ ਹੋਰ ਸੀ 5-6 ਜਣੇ ਗਰੁੱਪ ਸੀ ਦੀ ਪੂਰੀ ਪਲਾਨਿੰਗ ਪੂਰਾ ਪਲਾਨਿੰਗ ਨਾਲ ਕੰਮ ਕੀਤਾ ਜੀ 1 ਮਿੰਟ ਜੀ ਉਹਨਾਂ ਦੇ 3-4 ਮਾਮੇ ਨੇ और 2-3-4 ਪ੍ਰਾਹੁਣੇ ਨੇ ਔਰ ਇੱਕ ਇਹ ਮੁੰਡਾ ਔਰ 2-3 ਚਾਚੇ ਨੇ ਇਹ 12-13 ਜਣੇ ਨੇ ਰਲ ਕੇ ਇੱਕ ਸਾਡੀ ਨੂੰਹ ਵੀ ਹੈ ਸਮਝ ਗਿਆ ਇਹ ਸਾਰੇ ਨੇ ਪਲਾਨਿੰਗ ਬਣਾ ਕੇ ਮੁੰਡਾ ਮਾਰਿਆ ਦਿਓਰ ਭਰਜਾਈ ਦੇ ਆਪਸੀ ਸਬੰਧਾਂ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਉਹਦਾ ਕਤਲ ਮਿਲ ਕੇ ਹੋਇਆ ਹੀ ਨਹੀਂ ਤੇ ਉਹਨੂੰ ਕੀ ਪਤਾ ਕਿੱਥੇ ਆ ਮੁੰਡਾ ਲੇਕਿਨ ਜਦੋਂ ਸਾਨੂੰ ਫੋਨ ਕੀਤਾ ਮੁੰਡਾ ਘਰ ਨਹੀਂ ਪਹੁੰਚਿਆ ਤੇ ਉਹ ਮੇਰੀ ਭੈਣ ਨੂੰ ਕਹਿੰਦਾ ਵੀ ਉਹ ਘਰ ਨਹੀਂ ਪਹੁੰਚਿਆ ਮੇਰੀ ਭੈਣ ਨੇ ਜਦੋਂ ਫੋਨ ਕਰਕੇ ਪੁੱਛਿਆ ਤੇ ਮੁੰਡੇ ਨੇ ਚੁੱਕਿਆ ਨਹੀਂ ਸਾਨੂੰ ਡਾਊਟ ਹੋ ਗਿਆ ਵੀ ਜਦੋਂ ਮੁੰਡਾ ਚੁੱਕਦਾ ਨਹੀਂ ਪਿਆ ਨਾ ਉਹਦਾ ਚੁੱਕਦਾ ਪਿਆ ਨਾ ਸਾਡਾ ਚੁੱਕਦਾ ਪਿਆ ਇਹਦਾ ਮਤਲਬ ਫਿਰ ਮੁੰਡਾ ਤੇ ਬਈ ਮਾਰ ਛੱਡਿਆ ਕਿਨੇ ਜਾਂ ਫਿਰ ਕਿਤੇ ਸੁੱਟ ਗਿਆ ਜਾਂ ਕੋਈ ਐਕਸੀਡੈਂਟ ਹੋ ਗਿਆ ਸਾਡੇ ਡਾਊਟ ਹੋ ਗਿਆ ਜਾਂ ਅਸੀਂ ਉਦੋਂ ਭੱਜ ਗਏ ਆ ਸਾਡੇ 12 ਦਿਨ ਬਾਅਦ ਹੀ ਪਤਾ ਚੱਲਦਾ ਕਿ ਮੁੰਡਾ ਮਾਰ ਦਿੱਤਾ ਨਹੀਂ ਸਾਨੂੰ ਤਾਂ ਪਹਿਲੇ ਦਿਨ ਤੇ ਪਤਾ ਹੀ ਮੁੰਡਾ ਇਹਨਾਂ ਕੋਲ ਜੀ ਪਰ ਲੱਭਿਆ ਨਹੀਂ ਸੀ ਲੱਭਿਆ ਨਹੀਂ ਸਾਨੂੰ ਅਸੀਂ ਬੜਾ ਢੂੰਡੇ ਆ ਬੜੇ ਦੁਨੀਆ
मैं कहना जी ਅਸੀਂ बड़ी 12-13 दिन रात दिन एक दिन ਕੀਤਾ ਐਸੀ ਤੇ ਬਿਲਕੁਲ ਸੋਏ ਤੱਕ ਵੀ ਨਹੀਂ ਹੈ ਕਦੀ ਸਾਡੇ ਅੰਦਰ ਤੇ ਪਾਣੀ ਨਹੀਂ ਜਾਂਦਾ ਜੀ। ਇਹ ਆਪਣਾ ਕੰਮ ਕਰਦੇ ਨਾਲੇ ਇੱਧਰ ਉੱਧਰ ਆਪਣਾ ਸਾਰਾ ਕੁਝ ਕਰਦੇ। ਜਦੋਂ ਇਹਨੂੰ ਬੁਲਾਉਂਦੇ ਜੇ ਆਂਦੇ ਨਹੀਂ ਸੀ, ਜੇ ਰਿਸ਼ਤੇਦਾਰਾਂ ਨੂੰ ਕਹੀਏ ਤਾਂ ਵੀ ਨਹੀਂ ਆਂਦੇ ਸੀ। ਤੁਹਾਡੀ ਨੂੰਹ ਤੇ ਬੱਚੇ ਹੁਣ ਇਸ ਵਕਤ ਕਿੱਥੇ ਨੇ? ਉਹ ਸਾਡੇ ਕੋਲ ਨੇ ਜੀ, ਲੋਹਾਰ ਮਾਇਰੇ ਸਾਡੇ ਕੋਲ। ਉਹ ਤਾਂ ਅਸੀਂ ਲੈ ਗਏ ਆ ਜੀ। ਹਾਂ, ਸਾਨੂੰ ਉਹ ਰਾਤ ਨੂੰ ਲੈ ਗਏ 3 ਵਜੇ ਅਸੀਂ ਵੀ ਤਾਂ ਕਿ ਵੀ ਚੱਲ ਇੱਥੇ ਕੀ ਆ ਇੱਥੇ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈਗਾ? ਉਹਨਾਂ ਆਰੋਪੀਆਂ ਨੂੰ ਉਹਨਾਂ ਨੇ ਅਰੈਸਟ ਕਰ ਲਿਆ ਹੈ? ਉਹ ਕਹਿੰਦੇ ਜੀ ਜਿਹੜੇ ਆ ਨਾ ਵੀ 3 ਫੜੇ ਆ, ਜੀ। ਉਹਦੇ ਬਾਅਦ ਕਹਿੰਦੇ ਵੀ ਜਿਹੜੇ ਵੀ ਹੋਣਗੇ ਤੇ ਅਸੀਂ ਪੂਰਾ ਤੁਹਾਡੇ ਨਾਲ ਇਨਸਾਫ ਕਰਾਂਗੇ, ਸੰਯੋਗ ਦੇਵਾਂਗੇ, ਔਰ ਜਿਹਦੇ ਵਿੱਚ ਕਸੂਰਵਾਰ ਆ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ। ਕਿਸ ਤਰੀਕੇ ਦੇ ਨਾਲ ਕ੍ਰਿਸ਼ਨ ਇਹ ਪ੍ਰੀ ਪਲਾਨ ਕੀਤਾ ਗਿਆ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਰੋਪੀ ਨੂੰ ਫੜਿਆ ਜਾਂਦਾ, ਇੱਥੇ ਲਿਆ ਕੇ ਲਾਸ਼ ਨੂੰ ਕੱਢਿਆ ਜਾਂਦਾ ਆ, ਤਾਂ ਕਿਸ ਤਰੀਕੇ ਦੇ ਬਿਆਨ ਸੀ ਉਹਨਾਂ ਦੇ? ਕੀ ਉਹਨਾਂ ਨੇ ਦੱਸਿਆ ਕਿ ਕਿਵੇਂ ਪ੍ਰੀ ਪਲਾਨ ਬਣਾਇਆ ਕਤਲ ਦਾ? ਕਤਲ ਦਾ ਮੈਡਮ ਸਾਨੂੰ ਇਹ ਦੱਸੇ ਜੀ, ਜੋ ਬਾਕੀ ਅਸੀਂ ਡੈੱਡ ਬੋਡੀ ਬਾਹਰ ਲੈ ਗਏ ਜੀ। ਕਹਿੰਦੇ ਅਸੀਂ ਉੱਥੇ ਲੈ ਉਹਨੂੰ ਉੱਥੇ ਖਲੋਇਆ, ਜਿਵੇਂ ਉਹ ਕੱਪੜਾ ਸੀ ਪਹਿਲਾਂ ਕੱਪੜੇ ਨਾਲ ਢੱਕਿਆ ਜੀ, ਪਹਿਲਾਂ ਕੱਪੜੇ ਨਾਲ ਢੱਕਿਆ ਗਿਆ। ਹਾਂਜੀ। ਫਿਰ ਉਹਨੂੰ ਰਾੜ ਸੀ, ਉਹਨੂੰ ਰਾੜ ਮਾਰੀ ਸਿਰ ਵਿੱਚ, ਫਿਰ ਜਵਾੜੇ ਤੇ ਮਾਰੀ, ਰਾੜ ਰੂੜ ਮਾਰੀ। ਫਿਰ ਉਹ ਕੈਪਟੀ ਸੀ ਨਾਲ, ਕੈਪਟੀ ਹੈਗੇ ਜੀ। ਫਿਰ ਕੈਪਟੀ ਨਾਲ ਉੱਥੇ 2 ਕਿੰਨੇ ਮੁੰਡੇ ਸੀ, ਉੱਥੇ ਮਾਰ ਮੂਰ ਕੇ ਜੋ ਉਹਦੇ ਸਮਾਨ ਸਮੂਨ ਇੱਥੇ ਫੈਂਕ ਦਿੱਤਾ ਜੀ। ਫਿਰ ਉੱਥੇ ਚੱਕ ਕੇ ਫਿਰ ਇੱਥੇ ਲਿਆਏ ਸੀ, ਇੱਥੇ ਘਸੀਟ ਕੇ ਇੱਥੇ ਲਿਆ ਕੇ ਹਾਂਜੀ ਚੱਕ ਉਹਨਾਂ ਨੇ ਦਫਨਾਇਆ। ਹਾਂਜੀ। ਮੋਟਰਸਾਈਕਲ ਉੱਤੇ ਸੁੱਟੀ ਬਾਕੀ ਇਹਨਾਂ ਦੀ ਰਾੜਾ ਦੀ ਇੱਥੇ ਇੱਥੇ ਪਾਈ ਗਈ ਸਾਡੀ ਰਾੜਾ। ਔਰ ਜਿਹੜੀ ਮੋਟਰਸਾਈਕਲ ਸੀ ਉਹਨਾਂ ਕੋਲ, ਉਹ ਕਿੱਥੋਂ ਬਰਾਮਦ ਹੋਈ? ਉਹ ਆਪਣੇ ਉਧਰ ਬਜਗਾਵਾਂ ਤੋਂ ਜੀ। ਬਜਗਾਉਂ ਤੋਂ ਨਹਿਰ ਦੇ ਵਿੱਚੋਂ ਬਰਾਮਦ ਨਹਿਰ ਚੋਂ ਕੱਢੀ ਉਹਨੇ, ਆਪਣਾ ਪ੍ਰਗਟ ਸਿੰਘ ਨੇ ਕੱਢੀ ਏ ਜੀ। ਗੋਤਾਖੋਰ ਪ੍ਰਗਟ ਸਿੰਘ ਨੇ ਮੋਟਰਸਾਈਕਲ ਕੱਢੀ। ਹਾਂ ਉਹਨੇ ਕੱਢੀ, ਉਹ ਨਹਿਰ 'ਚ ਕੱਢੀ ਹੈ ਜੀ। ਕੱਲ 5 ਵਜੇ ਕੱਢੀ। ਕੱਲ ਅਸੀਂ ਸੰਸਕਾਰ ਕਰਕੇ ਆਏ ਆ, ਸਾਨੂੰ ਪਤਾ ਲੱਗਾ ਵੀ ਮੋਟਰਸਾਈਕਲ ਪ੍ਰਗਟ ਸਿੰਘ ਨੇ ਕੱਢ ਲਈ ਬਾਹਰ। ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਆ ਤੁਹਾਡੇ? ਹਾਂ, ਮੰਮੀ ਹੈ, ਮੈਂ ਬਸ। ਬਾਕੀ ਮੇਰੀ ਵਾਈਫ ਹੈਗੀ ਜੀ, ਜੀ। 2 ਬੱਚੇ ਹੈਗੇ ਜੀ। 2 ਭਰਾ ਦੇ ਨੇ ਬਸ ਜੀ, 2 ਭਰਾ ਹੈਗੇ ਸੀ। 2 ਹੀ ਭਰਾ ਸੀ ਤੁਸੀਂ? ਪਾਪਾ ਦੀ ਡੈਥ ਹੋ ਗਈ ਸੀ ਪਹਿਲਾਂ? ਹਾਂਜੀ, ਪਹਿਲੇ ਹੋ ਗਈ ਜੀ, 30-35 ਸਾਲ ਪਹਿਲੇ ਹੋ ਗਈ ਜੀ। ਜੀ ਦਰਸ਼ਕੋ, ਇਹ ਉਹ ਕਮਰਾ ਹੈਗਾ ਜਿੱਥੇ ਨੌਜਵਾਨ ਨੂੰ ਲਿਆਇਆ ਜਾਂਦਾ ਆ ਔਰ ਇੱਥੇ ਹੀ ਉਹਦੀ ਕੁੱਟਮਾਰ ਕਰਕੇ, ਉਹਦਾ ਕਤਲ ਕਰਕੇ ਖੇਤਾਂ ਦੇ ਵਿੱਚ ਦੱਬ ਦਿੱਤਾ ਜਾਂਦਾ ਆ। ਤੁਸੀਂ ਦੇਖ ਸਕਦੇ ਹੋ ਇਸ ਕਮਰੇ ਦੇ ਵਿੱਚ ਕੁਝ ਦਵਾਈਆਂ ਵੀ ਪਈਆਂ ਹੋਈਆਂ ਆ। यहाँ पे कब लेके आए थे वो? ये लेके आए जी 4 तारीख रात के 7:15 बजे, जब फोन काटना शुरू कर दिया जी। 7:15 7:30 के बीच में फोन हमने करना शुरू कराया, उसने काटना शुरू कराया। हमारे को ये लगा भी लड़के के पास फ़ोन नहीं है, फ़ोन किसी और के पास है जी। और जी फिर क्या करे जी, इन्होंने जो लाठी डंडे बिंडे सरिये राड मारे, जो इसका सिर फोड़ा है यहाँ पे लाकर मारे, यहाँ पर ला के मारा और मार के यहाँ रखा। फिर इन्होंने जाके वहाँ पर जगह खोद दी, सूखी जगह खोद के बाद डेड बॉडी को दबा के फिर इन्होंने ट्यूबवेल चला दिया। इसी ट्यूबवेल का पानी उसमें चला दिया, उसमें पानी खड़ा कर दिया। जितनी छानबीन करने के बाद फिर इनका बाद में पता लगा भी इसने अपने बनोइये को फ़ोन कराया भी मेरा पुलिस ने कुछ नहीं बिगाड़ा, कोई टेंशन नहीं है, किसी प्रकार की नहीं है। पुलिस वाले ने सीए स्टाफ वाले ने फ़ोन ट्रेस पे लगा रखा था, वहाँ से इनको पकड़ा। फिर ये राहुल गैरस के बनोइये को राहुल रिमांड लिया। राहुल रात के 12:35 पे जो बग गया। कत्ल करने वाले की उम्र कितनी थी? मतलब 20 साल गया है, 20-21 साल बता रहे हैं जी। 20-21? हाँ 20-21 साल। मैं नहीं कभी आया जी, मैं तो पहले एक आधी मेरे वैसे आया हूँ, लेकिन मैंने तो जब भी मेरा बनोइया मर गया था इनके साथ पहले हम अंदर है 4 साल हमने बड़ी मतलब कि जमीनी झगड़ा भी चलता था? हाँ, इनका जमीनी झगड़ा था, लेकिन हमने वो ख़त्म कर दिया था जी। ख़त्म करने के बाद मेरे भांजे का एक दरवाज़ा था बीच में, वो कह रहा था भी हमने दरवाज़ा नहीं निकल जाना। मैंने कहा मेरे भांजे को भी इधर से दरवाज़ा बंद कर दे, मैंने मेन गेट करवा दिया सामने से जी, लेकिन वो मैंने ख़त्म करा दिया था जी। फिर इस राहुल ने और मेरे भांजे ने मिल के मेरी बहन को बोला भी एक कनाल 7 मरले ज़मीन थी, वो बिकवा दी 3,80,000 की जी। 1.5 मैंने छोटे भांजे को दे दिया, 1.5 बड़े को 80,000 रुपये मैंने अपनी सिस्टर को दिए थे जी। ठीक है जी, ये तो मैटर था पिछला जी। अब इनकी 2 तरीकों की शादी थी जी। शादी में मेरे भांजे पे प्रेशर डाल रहे थे भी तू शादी में रल। मेरे भांजे ने कहा भी मेरी मम्मी को बुला लो, मैं बैठ दूंगा। तो इस दौरान एक भाई था इनका चाचा, वो राजी था मेरे भांजे को बुलाने को, लेकिन 3 राजी नहीं थे। जब इन तीनों का प्लानिंग, फिर इन्होंने 3 तरीक को प्लानिंग करी। इसके साले थे, इसके मामे थे और इन्होंने पुराने थे। इन्होंने प्लानिंग करके ये लड़का मरवा दिया। सुधा इसके बाप भी बीच में था, और अगर डैडी को पता नहीं था, ये फिर करनाल रात को क्यों एडमिट होया जी। कहता भी मेरे स्टेट डालने हैं। ये एडमिट कैसे होगा, कैसे स्टेट पड़ गया इसको? ये रात को ही 9:30 बजे जाके एडमिट हो गया।
इसको सब पता लग गया भी मेरे लड़के ने कत्ल कर दिया इनके भांजे का। मतलब कि चाचा को पता चल गया और वो admit- डैडी को पता लग गया था, राहुल के डैडी को पता लग गया था भी मेरे लड़के ने कत्ल कर दिया। ये जाके वहां एडमिट हो गया करनाल। ये सोचा हमें इसको दूसरे दिन इकट्ठे करे, भी इनको बुलाओ, लड़का इनका है, हमारा थोड़ी, हमारा तो बन जाए भाई, इसको पूछो हमारे साथ लगे। ये हमारे साथ नहीं चले, हमारे को पक्का यकीन हो गया भी ये जो चोर बन गए ना, भी लड़का इनके पास है। जी। हाँ, और ये इन्होंने- दवाइयाँ ये जो दवाई बिखरी ये पड़ी है, स्मेल आ रही थी हमारे भांजे के ऊपर जब डेड बॉडी निकाली है। मतलब कि ये दवाइयाँ भी हाँ सगाई ऊपर डाली हुई है, और डाली हुई है कि उसका चेहरा बदले हुआ था, क्यों राड़े लगी हुई थी, सिर पड़ा, जबाड़ा टूटा हुआ था, उसके कान में शनाख्त कैसे हुई फिर body? शनाख्त हमने पता क्या करा जी, उसके पर्स से और उसके कपड़ों से और उसके बूटों से, जराबों से, और उसके गल में मफरल था। इन्होंने डेड बॉडी को पल्ली में डाला जी। एक पहले तो कट्टा डाला, कट्टा डाल के यहाँ तक ऊपर से कट्टा पाड़ा, कट्टा पाड़ के फोड़ के इसको अंदर, ब्लड को अंदर लिया, फिर उस पल्ली डाला, पल्ली डाल के फिर खेसी ली, खेसी के बीच में बांध के फिर डेड बॉडी को जाके दबाया जी इन्होंने। इतना जुल्म करे हमारे साथ। और यहाँ पे घड़ी, यहीं से घड़ी यहीं से लेके खींच के वो, यहीं से खींच के लेके वो। और जी अभी तो पुलिस वाले ने 3 बंदे करे हैं, इसमें 5-6 लोग हैं जी, 7-8 कम से कम। लेकिन पूरी इन्होंने प्लानिंग बना के गैंग थी पूरी इनकी, और पूरी टीम के साथ करे इन्होंने काम। जो नौजवान की वाइफ के संबंध बताए जा रहे हैं उन्हीं के देवर के साथ, तो उन्हीं से भी कुछ पता चला है? ऐसा जी उनके साथ जो हमारे भांजे ने अपना पर्सनल फोन दे रखा था, उससे तो कुछ नहीं था, मेरे भांजे से बात करती थी। और जो इसका राहुल ने एक टच फोन लेके दे रखा था हमारी भांजी को, नू को, उसमें राहुल ने अपनी आईडी से सिम लेके दे रखी थी, वो राहुल भग गया, और वो फोन उस दिन से स्विच ऑफ है। उस दिन उन्होंने उनकी मतलब कि कह सकते हैं कि पूरी छानबीन करके बताया कि ये कहाँ पुलिस जाता वाले है, ने कहाँ बताया, है। ये पुलिस वाले ने बात बताई है भी राहुल और ये दोनों इस फोन से बात करते थे डेली, और उस दिन से 9:30 बजे के बाद वो फोन वो बंद हो गया। और जब हमने फोन ढूंढा वो फोन हमारे को नहीं मिला, पुलिस कह रही भी फोन इनके पास ही है। हाँ, इसमें 4-5 बंदे हो रहे हैं, ये अरेस्ट नहीं कर रहे पुलिस। हमारी रिक्वेस्ट यही अभी इंसाफ होना चाहिए, बेकसूर नहीं मारे जाए, आज जो कसूर वाले उनको बख्शा नहीं जाए जी। ਸੋ ਕਿੱਥੋਂ ਗਾਇਬ ਕੀਤਾ ਗਿਆ ਸੀ ਨੌਜਵਾਨ ਨੂੰ ਜਿੱਥੇ ਉਹਦਾ ਕਤਲ ਕਰਕੇ ਖੇਤਾਂ ਦੇ ਵਿੱਚ ਦੱਬ ये ना मेरे भांजा वहाँ से बिलाई से ना, ये बगतला रोड है जी, बगतला रोड से ना ईसाई का डेरा जी, इसके अंदर आता है जी। यहाँ को लेडीज टेलर मास्टर है जी, वहाँ से लेडीज का सूट है जी। और यहाँ से लेकर मैंने बोला भी यहाँ तक लड़का इस एरिया में है जी, लड़का कहीं बाहर नहीं है। आपको कैसे पता चला? हमारे को डाउट हो गया जी, लड़का बैग जानता तो उसकी कुछ ना कुछ तो हमारे को प्रूफ मिलता है जी। सीसीटीवी पे आपने देखा था? कैमरा, हमने स्कूल का कैमरा खोला जी, लड़का वापसी नहीं गया उसमें, बिल्कुल भी लड़का नहीं गया। हमारा यकीन हो गया भी लड़का इनके पास है, इन्होंने मारा है या कहीं बंधक बना और रखा कहीं यहीं से गायब हुआ, मतलब यहीं कि से, आगे हाँ, कहीं नहीं मिला, और गांव में कहीं भी नहीं, नहीं गया ना, ना, और पीछे भी नहीं गया। ना पीछे नहीं गया। हमने कह दिया भी लड़का, यकीन था हमारा पूरा जी, हमने कहा भी लड़का इनके पास है और लड़का इनसे आपको बरामद पहले भी होगा। डर लगता रहता कि वो अकेले यहाँ पे चाचा के पास रहते हैं? पहले जी हमने उसको भांजे को कहता भी तू ऐसे कर, ये मकान बेच दे। हाँ। और भी हमारे को डाउट है भी ये कुछ भी कर सकते हैं। वो बोला मामा अभी मेरे इनके साथ कोई झगड़ा नहीं, और ना मैं अपना मकान बना लिया, अपना गेट अलग कर लिया, मेरा इनके साथ कोई रंजिश नहीं है, मैं अपने गेट में आता हूँ, अपने जाता हूँ। तो मेरा टाइम टेबल वहाँ से 6 बजे चल के राइट 7 बजे पहुँच जाता था वो घर पे। लेकिन वो मैनेजर लगा था रिटेज ग्रांड में, तो उसमें उसकी सैलरी थी 18,000 रुपये, तो अपना काम चल जाता था बढ़िया। अच्छा जी, बाकी जो प्रॉपर्टी था उनका हमने बेच बूझ कर निबेड़ दिया था, इनका रोला पिछला तो जी। लेकिन अब इनकी शादी वाले दिन जो बात हुई है, उस बात को लेके मेरे भांजे को इन्हें साजिश रच के और इन्होंने कत्ल कर दिया उसका जी। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨੀ ਹੈਰਾਨਗੀ ਹੋ ਰਹੀ ਹੈ ਇਸ ਘਟਨਾ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੋਂ ਜਦੋਂ ਲਾਸ਼ ਬਰਾਮਦ ਹੋਈ ਹੈ ਤਾਂ ਕਾਫੀ ਸੜੀ ਹੋਈ ਲਾਸ਼ ਸੀ, ਕਿਉਂਕਿ ਕਹਿ ਸਕਦੇ ਆ ਕਿ ਬਦਬੂ ਮਾਰ ਰਹੀ ਸੀ ਔਰ 12 ਦਿਨ ਇੱਕ ਖੱਡੇ ਦੇ ਵਿੱਚ ਲਾਸ਼ ਪਈ ਰਹੀ। ਜਦੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਦੋਂ ਉਹਨਾਂ ਤੋਂ ਉਗਲਵਾਇਆ ਗਿਆ ਤਾਂ ਫਿਰ ਪਤਾ ਲੱਗਾ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਇੱਥੇ ਦੱਬ ਦਿੱਤਾ ਗਿਆ। ਇਹ ਹੈਰਾਨਗੀ ਦੀ ਗੱਲ ਹੈ ਕਿ ਇੱਕ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਔਰ ਦਿਓਰ ਤੇ ਭਰਜਾਈ ਦੇ ਆਪਸੀ ਸਬੰਧਾਂ ਦੇ ਕਾਰਨ ਇੱਕ ਨੌਜਵਾਨ ਬਲੀ ਚੜ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਕਤਲ ਕੀਤਾ ਜਾਂਦਾ ਹੈ ਕਿ ਰੂਹ ਕੰਬ ਜਾਂਦੀ ਹੈ ਉਸ ਕਤਲ ਨੂੰ ਸੁਣ ਕੇ।
ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਅੱਗੇ ਕੀ ਕਾਰਵਾਈ ਹੁੰਦੀ ਹੈ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।